10ਵੀਂ ਤੇ 12ਵੀਂ ਜਮਾਤਾਂ ਦੇ ਵਿਦਿਆਰਥੀ ਪੇਪਰਾਂ ਦੀ ਤਿਆਰੀ ਬੰਦ ਕਰ ਦੇਣ ਕਿਉਂਕਿ ਕਰੋਨਾ ਤੁਹਾਡੇ ਪੇਪਰਾਂ ਤੇ ਭਾਰੀ ਪੈ ਚੁੱਕਿਆ ਹੈ। ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਹੁਣ ਅਕਾਲ ਪੁਰਖ ਦੀ ਅਦਾਲਤ ਦੇ ਵਿੱਚ ਅਪੀਲ ਲਾਈ ਹੈ। 2022 ਦੇ ਵਿੱਚ ਪੰਜਾਬ 'ਚ ਸਰਕਾਰ ਬਣਾਉਣ ਲਈ ਸੁਖਬੀਰ ਬਾਦਲ ਇੰਨੇ ਕਾਲੇ ਕਿਉਂ ਹੋਏ ਪਏ ਨੇ, ਕੁਝ ਸਮਝ ਨਹੀਂ ਆਉਂਦੀ। ਦੇਸ਼ ਦੇ ਵਿੱਚ ਹੁਣ ਵੱਡੇ ਪੱਧਰ ਤੇ ਲੋਕਡਾਊਨ ਨਹੀਂ ਲੱਗੇਗਾ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਸਭ ਤੋਂ ਪਹਿਲਾਂ ਪੰਜਾਬ ਦੀਆਂ ਅਹਿਮ ਖਬਰਾਂ ਤੇ ਪੰਜਾਬ ਦੀਆਂ ਖਬਰਾਂ ਦੇ ਵਿੱਚ ਗੱਲ ਕਰਾਂਗੇ ਵਿਦਿਆਰਥੀਆਂ ਦੀ। ਭਾਰਤ ਸਰਕਾਰ ਨੇ ਸੀਬੀਐਸਈ ਬੋਰਡ ਦੇ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੱਤੇ ਨੇ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਮੁਲਤਵੀ ਕਰ ਦਿੱਤੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਤੇ ਕੇਂਦਰੀ ਸਿੱਖਿਆ ਮੰਤਰੀ ਡਾਕਟਰ ਰਮੇਸ਼ ਪੋਖਰਿਆਲ ਨਿਸ਼ੰਕ, ਕੇਂਦਰੀ ਸਿੱਖਿਆ ਸਕੱਤਰ ਤੇ ਹੋਰ ਉੱਚ ਅਧਿਕਾਰੀਆਂ ਦੀ ਬੈਠਕ ਹੋਈ ਹੈ, ਜਿਸ ਦੇ ਵਿੱਚ ਇਹ ਫੈਸਲਾ ਲਿਆ ਗਿਆ। ਬੈਠਕ ਤੋਂ ਬਾਅਦ ਬਿਆਨ ਜਾਰੀ ਕਰਕੇ ਪੇਪਰਾਂ ਦੇ ਸੰਬੰਧੀ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਟਵੀਟ ਕਰਕੇ ਰਮੇਸ਼ ਪੋਖਰਿਆਲ ਨਿਸ਼ੰਕ ਨੇ ਇਹ ਜਾਣਕਾਰੀ ਦਿੱਤੀ ਹੈ। ਦੱਸਿਆ ਗਿਆ ਕਿ 10ਵੀਂ ਜਮਾਤ ਦੇ ਪੇਪਰ ਰੱਦ ਕਰ ਦਿੱਤੇ ਗਏ ਨੇ ਤੇ ਇਹਨਾਂ ਵਿਦਿਆਰਥੀਆਂ ਨੂੰ ਪਿਛਲੀ ਪਰਫਾਰਮੈਂਸ ਦੇ ਆਧਾਰ ਤੇ ਪਾਸ ਕੀਤਾ ਜਾਏਗਾ। ਨਤੀਜੇ ਨੇ ਜਿਹੜੇ ਜ਼ਰੂਰ ਐਲਾਨੇ ਜਾਣਗੇ ਪਰ ਪੇਪਰ ਨਹੀਂ ਲਏ ਜਾਣਗੇ। ਬਿਨਾਂ ਪੇਪਰ ਲਈ 10ਵੀਂ ਜਮਾਤ ਦੇ ਵਿਦਿਆਰਥੀ ਪਾਸ ਹੋ ਜਾਣਗੇ। 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪੇਪਰ ਮੁਲਤਵੀ ਕਰ ਦਿੱਤੇ ਗਏ ਨੇ ਤੇ 1 ਜੂਨ ਨੂੰ ਮੁੜ ਤੋਂ ਬੈਠਕ ਹੋਏਗੀ ਕੇਂਦਰੀ ਪੱਧਰ ਦੀ। ਉਸ ਦੇ ਵਿੱਚ ਦੇਖਿਆ ਜਾਏਗਾ ਹਾਲਾਤ ਕੀ ਨੇ ਕਰੋਨਾ ਦੇ ਤੇ ਫਿਰ ਅਗਲੀ ਡੇਟ ਸ਼ੀਟ ਹੈ ਜਿਹੜੀ ਉਹ ਐਲਾਨੀ ਜਾਵੇਗੀ। ਇਸ ਗੱਲ ਤੋਂ ਵੀ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ 12ਵੀਂ ਦੇ ਪੇਪਰ ਵੀ ਰੱਦ ਕੀਤੇ ਜਾ ਸਕਦੇ ਨੇ। ਪਰ 12ਵੀਂ ਤੋਂ ਬਾਅਦ ਕਿਉਂਕਿ ਵਿਦਿਆਰਥੀਆਂ ਨੇ ਵੱਖਰੀ ਸਟਰੀਮ ਦੇ ਵਿੱਚ ਜਾਣਾ ਹੁੰਦਾ ਹੈ, ਕਾਲਜਾਂ ਦੇ ਵਿੱਚ ਦਾਖਲਾ ਲੈਣਾ ਹੁੰਦਾ ਹੈ, ਇਸ ਕਰਕੇ 12ਵੀਂ ਦੇ ਪੇਪਰ ਦੇਣੇ ਬੜੇ ਜ਼ਰੂਰੀ ਮੰਨਦੀ ਹੈ ਸਰਕਾਰ। ਹਾਲਾਂਕਿ 10ਵੀਂ ਦੇ ਪੇਪਰ ਵੀ ਬੜੇ ਜ਼ਰੂਰੀ ਹੁੰਦੇ ਨੇ ਪਰ 10ਵੀਂ ਦੇ ਪੇਪਰ ਰੱਦ ਕਰ ਦਿੱਤੇ ਗਏ ਨੇ। ਇਹ ਪੇਪਰ ਪਹਿਲਾਂ ਮਈ ਦੇ ਵਿੱਚ ਸ਼ੁਰੂ ਹੋ ਕੇ ਜੂਨ ਤੱਕ ਖਤਮ ਹੋਣੇ ਸੀ ਪਰ ਹੁਣ ਡੇਟ ਸ਼ੀਟ ਰੱਦ ਕਰ ਦਿੱਤੀ ਗਈ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਇਹਨਾਂ ਸਾਰੇ ਲੀਡਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਸੀਬੀਐਸਈ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਜਾਣ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰ ਲਈਏ ਤਾਂ ਜਾਣਕਾਰੀ ਮਿਲ ਰਹੀ ਹੈ ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਹਵਾਲੇ ਨਾਲ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵੀ 10ਵੀਂ ਤੇ 12ਵੀਂ ਦੇ ਪੇਪਰ ਫਿਲਹਾਲ ਮੁਲਤਵੀ ਕਰ ਦਿੱਤੇ ਨੇ। 10ਵੀਂ ਤੇ 12ਵੀਂ ਦੇ ਪੇਪਰਾਂ ਦੀ ਡੇਟ ਸ਼ੀਟ ਐਲਾਨ ਦਿੱਤੀ ਗਈ ਸੀ ਪਰ ਕਰੋਨਾ ਦੇ ਕਹਿਰ ਕਰਕੇ ਪੰਜਾਬ ਸਰਕਾਰ ਦੇ ਇਸ ਬੋਰਡ ਨੇ ਵੀ ਫੈਸਲਾ ਲੈ ਲਿਆ ਹੈ। ਵਿਜੇਂਦਰ ਸਿੰਗਲਾ ਨੇ ਦੱਸਿਆ ਹੈ ਇੱਕ ਨਿੱਜੀ ਟੀਵੀ ਚੈਨਲ ਨੂੰ ਜਾਣਕਾਰੀ ਦਿੰਦੇ ਹੋਏ ਕਿ ਜੂਨ ਦੇ ਵਿੱਚ ਮੁੜ ਤੋਂ ਬੈਠਕ ਦੇ ਵਿੱਚ ਸਮੀਖਿਆ ਕੀਤੀ ਜਾਏਗੀ, ਫਿਰ ਫੈਸਲਾ ਲਿਆ ਜਾਏਗਾ ਕਿ 10ਵੀਂ ਅਤੇ 12ਵੀਂ ਦੇ ਪੇਪਰ ਹੁਣ ਅੱਗੇ ਕਦੋਂ ਹੋਣੇ ਨੇ। 5ਵੀਂ ਤੇ 8ਵੀਂ ਜਮਾਤ ਦੇ ਜਿਹੜੇ ਬੋਰਡ ਦੇ ਪੇਪਰ ਨੇ ਉਹ ਪਹਿਲਾਂ ਹੀ ਟਾਲ ਦਿੱਤੇ ਗਏ ਨੇ ਤੇ ਇਹਨਾਂ ਬਾਰੇ ਵੀ ਆਉਂਦੇ ਦਿਨਾਂ ਦੇ ਵਿੱਚ ਕੋਈ ਫੈਸਲਾ ਲਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਇਹਨਾਂ ਜਮਾਤਾਂ ਦੇ ਪੇਪਰ ਰੱਦ ਹੀ ਕਰ ਦਿੱਤੇ ਜਾਣ ਅਤੇ ਵਿਦਿਆਰਥੀਆਂ ਨੂੰ ਪਿਛਲੀ ਪਰਫਾਰਮੈਂਸ ਦੇ ਆਧਾਰ ਦੇ ਉੱਤੇ ਪਾਸ ਕਰ ਦਿੱਤਾ ਜਾਵੇ। ਸੋ ਸਰਕਾਰ ਨੇ ਜਿਹੜੇ ਇਹ ਫੈਸਲੇ ਸੁਣਾਏ ਹੈਗੇ ਨੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ, ਉਹਨਾਂ ਫੈਸਲਿਆਂ ਤੋਂ ਬਾਅਦ ਵਿਦਿਆਰਥੀ ਨੇ ਜਿਹੜੇ ਉਹਨਾਂ ਦੀ ਰਾਏ ਆ ਰਲਵੀਂ ਮਿਲਵੀਂ ਆ ਰਹੀ ਹੈ ਉਹਨਾਂ ਦੇ ਮਾਪਿਆਂ ਦੀ ਜਾਂ ਫਿਰ ਸਕੂਲਾਂ ਦੇ ਅਧਿਆਪਕਾਂ ਦੀ। ਕਈ ਇਸ ਫੈਸਲੇ ਤੋਂ ਸੰਤੁਸ਼ਟ ਨੇ ਪਰ ਕਈ ਮੰਨਦੇ ਨੇ ਕਿ ਪੱਕੇ ਪੇਪਰ ਨੇ ਜਿਹੜੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਤਾਂ ਹੀ ਪ੍ਰੀਖਿਆ ਦੇ ਵਿੱਚ ਬੈਠਣ ਦਾ ਜਿਹੜਾ ਸਵਾਦ ਆਉਂਦਾ ਹੈ, ਪੜ੍ਹਾਈ ਕਰਨ ਦਾ ਪਤਾ ਲੱਗਦਾ ਹੈ, ਕੁਝ ਮਹਿਸੂਸ ਹੁੰਦਾ ਹੈ ਕਿ ਮਿਹਨਤ ਕਰਕੇ ਪੇਪਰ ਲਏ ਨੇ। ਫਿਲਹਾਲ ਵਿਦਿਆਰਥੀ ਜਿਹੜੇ ਪੇਪਰਾਂ ਦੀ ਤਿਆਰੀ ਦੇ ਵਿੱਚ ਸਿਰ ਸੁੱਟ ਕੇ ਜੁਟੇ ਹੋਏ ਸੀ ਉਹਨਾਂ ਦੀ ਇਕਾਗਰਤਾ ਜ਼ਰੂਰ ਭੰਗ ਹੋ ਗਈ ਹੈ ਇਹਨਾਂ ਫੈਸਲਿਆਂ ਦੇ ਨਾਲ। ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਗੱਲ ਕਰ ਲਈਏ ਤਾਂ ਉਹਨਾਂ ਨੇ ਜਿਹੜਾ ਅਸਤੀਫਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਸੀ, ਉਹ ਅਸਤੀਫਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇੱਕ ਬਹਾਦਰ, ਇਮਾਨਦਾਰ ਤੇ ਤਜਰਬੇਕਾਰ ਪੁਲਿਸ ਅਧਿਕਾਰੀ ਕਹਿ ਕੇ ਨਾਮਨਜ਼ੂਰ ਕਰ ਦਿੱਤਾ ਸੀ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਕਾਰਜਕਾਲ ਨੂੰ ਖਤਮ ਹੋਣ ਤੋਂ ਪਹਿਲਾਂ ਹੀ ਸੇਵਾ ਮੁਕਤੀ ਦੀ ਇੱਛਾ ਪ੍ਰਗਟਾਈ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੇ ਪ੍ਰੀ ਮੈਚੁਰ ਰਿਟਾਇਰਮੈਂਟ ਦੀ ਅਰਜ਼ੀ ਨੂੰ ਜਿਹੜਾ ਹੈ ਡਿਕਲਾਈਨ ਕਰ ਦਿੱਤਾ ਸੀ ਤੇ ਹੁਣ ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਫੇਸਬੁੱਕ ਪੇਜ ਤੋਂ ਸਾਰਿਆਂ ਨੂੰ ਇੱਕ ਸੁਨੇਹਾ ਜਿਹੜਾ ਹੈਗਾ ਉਹ ਲਿਖਿਆ। ਉਸ ਸੁਨੇਹੇ ਦੇ ਵਿੱਚ ਜੋ ਲਿਖਿਆ ਕਹਿੰਦੇ, ਸੇਵਾ ਦੇਸ਼ ਦੀ ਜਿੰਦੜੀ ਏ, ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ, ਜਿਨ੍ਹਾਂ ਦੇਸ਼ ਦੀ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਮੈਂ ਆਪਣਾ ਕੰਮ ਕੀਤਾ, ਮੈਨੂੰ ਕੋਈ ਅਫਸੋਸ ਨਹੀਂ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਮੁੱਦੇ ਨੂੰ ਸਿਆਸੀਕਰਨ ਦਾ ਰੰਗ ਨਾ ਦਿਓ। ਮੇਰੀ ਰਿਪੋਰਟ ਅਤੇ ਚਾਰਜਸ਼ੀਟ ਦਾ ਇੱਕ ਸ਼ਬਦ ਆਪਣੇ ਆਪ 'ਚ ਸਬੂਤ ਹੈ। ਇਸ ਨੂੰ ਕਿਸੇ ਵੀ ਹਾਲਤ ਵਿੱਚ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਦੋਸ਼ੀ ਸੱਚ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰ ਸਕਦੇ। ਮੈਂ ਆਖਰੀ ਫੈਸਲੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਦਾਲਤ ਵਿੱਚ ਅਪੀਲ ਦਾਖਲ ਕੀਤੀ ਹੈ, ਜੋ ਮੇਰੀ ਸਮਝ ਮੁਤਾਬਿਕ ਸਭ ਤੋਂ ਉੱਚੀ ਅਦਾਲਤ ਹੈ। ਮੈਂ ਸਮਾਜ ਦੀ ਸੇਵਾ ਅੱਗੇ ਵੀ ਕਰਦਾ ਰਹਾਂਗਾ ਪਰ ਆਈਪੀਐਸ ਦੇ ਤੌਰ ਤੇ ਨਹੀਂ। ਯਾਨੀ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ
ਕੈਪਟਨ ਅਮਰਿੰਦਰ ਸਿੰਘ ਵੱਲੋਂ ਅਸਤੀਫੇ ਦੀ ਅਰਜ਼ੀ ਰੱਦ ਕੀਤੇ ਜਾਣ ਤੋਂ ਬਾਅਦ ਫਿਰ ਦੁਹਰਾਇਆ ਹੈ ਕਿ ਮੈਂ ਆਈਪੀਐਸ ਦੇ ਤੌਰ ਤੇ ਸੇਵਾ ਨਹੀਂ ਕਰਾਂਗਾ, ਮੈਂ ਸਮਾਜ ਸੇਵਾ ਕਰਦਾ ਰਹਾਂਗਾ, ਪਰ ਮੈਂ ਹੁਣ ਇਹ ਅਫਸਰੀ ਦੇ ਅਹੁਦੇ ਦੇ ਉੱਤੇ ਨਹੀਂ ਰਹਾਂਗਾ। ਹੁਣ ਅੱਗੇ ਕੀ ਹਾਲਾਤ ਬਣਨਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਕੁੰਵਰ ਵਿਜੇ ਪ੍ਰਤਾਪ ਸਿੰਘ ਹੁਣ ਨੌਕਰੀ ਤੇ ਬਣੇ ਰਹਿਣਾ ਨਹੀਂ ਚਾਹੁੰਦੇ ਤੇ ਉਹਨਾਂ ਨੇ ਅਕਾਲ ਪੁਰਖ ਤੇ ਹੀ ਹੁਣ ਟੇਕ ਰੱਖੀ ਹੈ, ਅਕਾਲ ਪੁਰਖ ਤੇ ਹੀ ਓਟ ਰੱਖੀ ਹੈ। ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜਾ ਅਸਤੀਫਾ ਲਿਖਿਆ ਸੀ ਉਹਦੇ 'ਚ ਲਿਖਿਆ ਸੀ ਕਿ ਮੈਂ ਪੰਜਾਬ ਕੇਡਰ ਦੇ 1998 ਬੈਚ ਦਾ ਆਈਪੀਐਸ ਆਫੀਸਰ ਹਾਂ, 7 ਸਤੰਬਰ 1998 ਤੋਂ ਸੇਵਾ ਨਿਭਾ ਰਿਹਾ। AIS DCRB ਰੂਲਸ 1958 ਦੇ ਰੂਲ ਨੰਬਰ 16(2) ਦੇ ਤਹਿਤ ਮੈਂ 15 ਅਪ੍ਰੈਲ 2021 ਤੋਂ ਆਪਣੀ ਤੁਰੰਤ ਸੇਵਾ ਮੁਕਤੀ ਲਈ ਖੁਦ ਅਰਜ਼ੀ ਦਾਇਰ ਕਰ ਰਿਹਾ। ਇਹ ਵੀ ਬੇਨਤੀ ਕਰਦਾ ਕਿ ਮੈਨੂੰ 3 ਮਹੀਨਿਆਂ ਦੇ ਅਗਾਊਂ ਨੋਟਿਸ ਪੀਰੀਅਡ ਤੋਂ ਵੀ ਰਾਹਤ ਦਿੱਤੀ ਜਾਵੇ। ਪੰਜਾਬ ਸਰਕਾਰ ਲਈ ਕੀਤੀ 22 ਸਾਲਾਂ ਦੀ ਸੇਵਾ ਤੋਂ ਮੈਂ ਪੂਰੀ ਤਰ੍ਹਾਂ ਸੰਤੁਸ਼ਟ ਹਾਂ। ਅੱਗੇ ਵੀ ਇਸੇ ਤਰ੍ਹਾਂ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ ਦੇ ਸ਼ੁਭ ਵਾਕ ਤੇ ਪਹਿਰਾ ਦਿੰਦਾ ਹੋਇਆ ਵੱਧ ਤੋਂ ਵੱਧ ਸਮਾਜ ਦੀ ਸੇਵਾ ਕਰਦਾ ਰਹਾਂਗਾ। ਸੋ ਆਈਜੀ ਨੇ ਲਿਖਿਆ ਹੈ ਕਿ ਨੋਟਿਸ ਪੀਰੀਅਡ ਤੋਂ ਵੀ ਮੈਨੂੰ ਰਾਹਤ ਦਿੱਤੀ ਜਾਵੇ, ਯਾਨੀ ਕਿ ਤੁਰੰਤ ਆਪਣੀ ਨੌਕਰੀ ਤੋਂ ਬਰਖਾਸਤਗੀ ਦੀ ਮੰਗ ਕੀਤੀ ਸੀ, ਰਿਟਾਇਰਮੈਂਟ ਦੀ ਮੰਗ ਕੀਤੀ ਸੀ, ਜਿਸ ਨੂੰ ਕੈਪਟਨ ਨੇ ਠੁਕਰਾ ਦਿੱਤਾ ਹੈ। ਪਰ ਉਹਨਾਂ ਨੇ ਹੁਣ ਜਨਤਕ ਤੌਰ ਤੇ ਜਿਹੜੀ ਚਿੱਠੀ ਲਿਖੀ ਹੈ, ਅਕਾਲ ਪੁਰਖ ਦੇ ਨਾਮ ਜਿਹੜੀ ਚਿੱਠੀ ਲਿਖੀ ਹੈ ਤੇ ਲੋਕਾਂ ਦੇ ਨਾਮ ਜਿਹੜੀ ਚਿੱਠੀ ਲਿਖੀ ਹੈ ਉਸ ਦੇ ਵਿੱਚੋਂ ਦਰਸਾ ਚੁੱਕੇ ਨੇ ਕਿ ਮੈਂ ਹੁਣ ਨੌਕਰੀ ਨਹੀਂ ਕਰਾਂਗਾ। ਦਰਅਸਲ 10 ਅਪ੍ਰੈਲ ਨੂੰ ਕੋਟਕਪੂਰਾ ਗੋਲੀकांड ਮਾਮਲੇ ਦੇ ਵਿੱਚ ਜਿਹੜੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਸਿੱਟ ਦੇ ਵੱਲੋਂ ਪੜਤਾਲ ਕੀਤੀ ਗਈ ਸੀ ਉਹਦੀ ਰਿਪੋਰਟ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਮਾਮਲਾ ਜਿਹੜਾ ਇੱਕ ਵਾਰ ਫਿਰ ਤੋਂ ਭਖ ਗਿਆ ਬੇਅਦਬੀ ਦੇ ਮੁੱਦੇ ਦਾ। ਉਤੋਂ ਵੋਟਾਂ ਵੀ ਆਉਣ ਵਾਲੀਆਂ ਨੇ ਤਾਂ ਇਹ ਮੁੱਦਾ ਜ਼ਾਹਿਰ ਤੌਰ ਤੇ ਇਸ ਵਾਰ ਵੀ ਛਾਇਆ ਰਹੂਗਾ। ਤੇ ਬੇਅਦਬੀ ਦੇ ਪੂਰੇ ਮਸਲੇ ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਕਿਹਾ ਕਿ ਸਾਡੀ ਇੱਕੋ ਇੱਕ ਅਰਦਾਸ ਹੈ ਕਿ ਜਿਨ੍ਹਾਂ ਨੇ ਗੁਰੂ ਸਾਹਿਬ ਤੇ ਹਮਲੇ ਕੀਤੇ ਤੇ ਜਿਨ੍ਹਾਂ ਨੇ ਕਰਵਾਏ ਤੇ ਜਿਨ੍ਹਾਂ ਨੇ ਇਸ ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਹੇ। ਹਾਈ ਕੋਰਟ ਦੀ ਜੱਜਮੈਂਟ ਤੋਂ ਬਾਅਦ ਇਹ ਸਾਫ਼ ਹੋ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਵਿਰੋਧੀ ਪਾਰਟੀਆਂ ਬੇਅਦਬੀ ਮਾਮਲੇ ਵਿੱਚ ਸਿਆਸਤ ਕਰਕੇ ਇੱਕ ਪਾਰਟੀ ਤੇ ਇੱਕ ਪਰਿਵਾਰ ਨੂੰ ਸਿਰਫ ਨਿਸ਼ਾਨਾ ਬਣਾ ਰਹੀਆਂ ਨੇ, ਉਹਨਾਂ ਨੂੰ ਬੇਅਦਬੀ ਦਾ ਕੋਈ ਦੁੱਖ ਨਹੀਂ ਸੀ। ਹਰਸਿਮਰਤ ਨੇ ਕਿਹਾ ਕਿ ਅਦਾਲਤ ਦੇ ਫੈਸਲੇ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਨੇ ਅਸਤੀਫਾ ਦਿੱਤਾ, ਪਰ ਕੈਪਟਨ ਅਮਰਿੰਦਰ ਅਸਤੀਫੇ ਨੂੰ ਮੰਨਣ ਨੂੰ ਤਿਆਰ ਨਹੀਂ। ਇਸ ਤੋਂ ਵੱਡੀ ਮਿਲੀ ਭੁਗਤ ਕਿੱਥੇ ਸਾਬਿਤ ਹੋਵੇਗੀ? ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਮਾਮਲੇ 'ਚ ਸੁਪਰੀਮ ਕੋਰਟ ਤੋਂ ਵੀ ਮੂੰਹ ਦੀ ਖਾਣੀ ਪਏਗੀ। ਸੋ ਇਸ ਤਰ੍ਹਾਂ ਦੇ ਜਿਹੜੀ ਸਿਆਸੀ ਬਿਆਨਬਾਜ਼ੀਆਂ ਲਗਾਤਾਰ ਆ ਰਹੀਆਂ ਨੇ। ਤੇ ਉਧਰ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦਾ ਅਸਤੀਫਾ ਸਿਰਫ ਇੱਕ ਡਰਾਮਾ ਹੈ ਤੇ ਉਹ ਡਰਾਮੇਬਾਜ਼ ਬੰਦਾ ਹੈ। ਉਸ ਨੂੰ ਪਤਾ ਹੈ ਕਿ ਉਸ ਦਾ ਅਸਤੀਫਾ ਕਿਸੇ ਨੇ ਮਨਜ਼ੂਰ ਨਹੀਂ ਕਰਨਾ, ਸਿਰਫ ਡਰਾਮਾ ਕੀਤਾ ਗਿਆ। ਜੇ ਅਸਲ ਦੇ ਵਿੱਚ ਮਰਦ ਹੈ ਤਾਂ ਆਪਣਾ ਅਸਤੀਫਾ ਮਨਜ਼ੂਰ ਕਰਵਾਵੇ। ਮਲੂਕਾ ਬਠਿੰਡਾ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਜਨਮ ਦਿਨ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਪਹੁੰਚੇ ਸੀ। ਉਹਨਾਂ ਕਿਹਾ ਕਿ ਜਿਵੇਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਦਿੱਤੇ ਹੋਏ ਅਸਤੀਫੇ ਹਾਲੇ ਤੱਕ ਮਨਜ਼ੂਰ ਨਹੀਂ ਹੋਏ, ਇਹ ਸਭ ਰਲੇ ਹੋਏ ਨੇ। ਜੇ ਦਿਲੋਂ ਅਸਤੀਫਾ ਦਿੱਤਾ ਹੁੰਦਾ ਤਾਂ 5 ਮਿੰਟ ਵਿੱਚ ਮਨਜ਼ੂਰ ਹੋ ਜਾਂਦਾ, ਰਲ ਮਿਲ ਕੇ ਦਿੱਤਾ ਅਸਤੀਫਾ ਮਨਜ਼ੂਰ ਨਹੀਂ ਹੁੰਦਾ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ 21 ਅਪ੍ਰੈਲ ਨੂੰ ਵੱਡੀ ਗਿਣਤੀ ਵਿੱਚ ਔਰਤਾਂ ਤੇ ਹੋਰ ਕਾਰਕੁਨਾਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ। ਉਗਰਾਹਾਂ ਨੇ ਕਿਹਾ ਕਿ ਇਸ ਮਾਰਚ ਦੀ ਅਗਵਾਈ ਯੂਨੀਅਨ ਦੇ ਸੂਬਾ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੇ ਖਜ਼ਾਨਚੀ ਝੰਡਾ ਸਿੰਘ ਜੇਠੂਕੇ ਕਰਨਗੇ। ਜਲਿਆਂਵਾਲਾ ਬਾਗ ਕਾਂਡ ਤੋਂ ਬਾਅਦ ਲੋਕ ਜਾਤ-ਪਾਤ ਧਰਮ ਤੋਂ ਉੱਪਰ ਉੱਠ ਕੇ ਬਰਤਾਨਵੀ ਸਰਕਾਰ ਦੇ ਖਿਲਾਫ ਇਕਜੁੱਟ ਹੋਏ ਸਨ ਤੇ ਇਸੇ ਤਰ੍ਹਾਂ ਮੋਦੀ ਸਰਕਾਰ ਦੇ ਖਿਲਾਫ ਜੰਗ ਦੇ ਵਿੱਚ ਹੁਣ ਕਿਸਾਨ, ਮਜ਼ਦੂਰ, ਔਰਤਾਂ ਤੇ ਸਾਰੇ ਦੇਸ਼ਵਾਸੀ ਇਕੱਠੇ ਹੋ ਕੇ ਲੜਨਗੇ। ਸੋ ਦਿੱਲੀ ਦੇ ਵੱਲ 21 ਅਪ੍ਰੈਲ ਨੂੰ ਵੱਡਾ ਜਥਾ ਜਿਹੜਾ ਕੂਚ ਕਰੇਗਾ, ਖਾਸ ਤੌਰ ਤੇ ਇਹਦੇ ਵਿੱਚ ਔਰਤਾਂ ਸ਼ਾਮਿਲ ਹੋਣਗੀਆਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਵੀ ਪਿੰਡ ਪੰਧੇਰ ਕਲਾਂ ਦੇ ਵਿੱਚ 18 ਅਪ੍ਰੈਲ ਨੂੰ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾ ਰਿਹਾ ਹੈ, ਇੱਕ ਵੱਡੀ ਰੈਲੀ ਦੇ ਰੂਪ ਦੇ ਵਿੱਚ। ਇਸ ਦੇ ਲਈ ਜਥੇਬੰਦੀ ਦੇ ਵੱਲੋਂ ਪੂਰੀ ਲਾਮਬੰਦੀ ਹੈ ਜਿਹੜੀ ਉਹ ਕੀਤੀ ਜਾ ਰਹੀ ਹੈ। ਹਰ ਸਾਲ ਵਿਸਾਖੀ ਦੇ ਮੌਕੇ ਖਾਲਸਾ ਸਿਰਜਣਾ ਦਿਹਾੜੇ ਦੇ ਜਿਹੜੇ ਸਮਾਗਮ ਸਿੱਖ ਕੌਮ ਦੇ ਵੱਲੋਂ ਮਨਾਏ ਜਾਂਦੇ ਨੇ, ਉਹਨਾਂ ਸਮਾਗਮਾਂ ਦੀ ਸਮਾਪਤੀ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਧਰਤੀ ਤੇ ਨਿਹੰਗ ਸਿੰਘਾਂ ਦੇ ਮਹੱਲਾ ਕੱਢਣ ਤੋਂ ਬਾਅਦ ਹੋਈ। ਇਸੇ ਤਰ੍ਹਾਂ ਹੀ ਮਹੱਲਾ ਸਿੰਘੂ ਬਾਰਡਰ ਤੇ ਵੀ ਕੱਢਿਆ ਗਿਆ। ਇੱਥੇ ਨਿਹੰਗ ਸਿੰਘਾਂ ਦੇ ਵੱਲੋਂ TDI ਮਾਲ ਮੜੀਆਂ ਦਲ ਤੋਂ ਲਿਫਟਨ ਚੌਂਕ ਤੱਕ ਮਹੱਲਾ ਕੱਢਿਆ ਗਿਆ ਤੇ ਮਹੱਲਾ ਕੱਢਣ ਦੇ ਨਾਲ ਹੀ ਹਰ ਸਾਲ ਜਿਹੜੇ ਸਮਾਗਮ ਕਰਵਾਏ ਜਾਂਦੇ ਨੇ ਖਾਲਸਾ ਸਿਰਜਣਾ ਦਿਹਾੜੇ ਮੌਕੇ ਉਹ ਸਮਾਪਤ ਹੋ ਜਾਂਦੇ ਨੇ। ਹਾਲਾਂਕਿ ਉਸ ਤੋਂ ਬਾਅਦ ਵੀ ਕਈ ਦਿਨਾਂ ਤੱਕ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋਣ ਲਈ ਆਉਂਦੀਆਂ ਰਹਿੰਦੀਆਂ ਨੇ। ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦੇ ਮਾਮਲੇ ਨਾਲ ਜੁੜੀ ਖਬਰ ਹੈ। ਬਠਿੰਡਾ ਇਕਾਈ ਦੀ ਜਮਹੂਰੀ ਅਧਿਕਾਰ ਸਭਾ ਨੇ ਦਿੱਲੀ ਪੁਲਿਸ ਦੇ ਵੱਲੋਂ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਮੁੰਡੀ ਸਿਧਾਣਾ ਨੂੰ ਪਟਿਆਲਾ ਤੋਂ ਗ੍ਰਿਫਤਾਰ ਕਰਨ, ਉਸ ਤੋਂ ਬਾਅਦ ਉਸ ਦੀ ਕੁੱਟਮਾਰ ਕਰਨ ਦੇ ਮਾਮਲੇ ਵਿੱਚ ਦਿੱਲੀ ਪੁਲਿਸ ਦੇ ਖਿਲਾਫ ਨੋਟਿਸ ਲਿਆ। ਜਮਹੂਰੀ ਅਧਿਕਾਰ ਸਭਾ ਨੇ ਆਪਣੀ ਰਿਪੋਰਟ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁੱਕੇ ਨੇ।
ਜਮਹੂਰੀ ਅਧਿਕਾਰ ਸਭਾ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨੂੰ ਪੁੱਛਗਿੱਛ ਲਈ ਥਾਣੇ ਲਿਜਾਣ ਤੋਂ ਪਹਿਲਾਂ ਉਸ ਖਿਲਾਫ ਦਰਜ ਕੇਸ ਦੀ ਜਾਣਕਾਰੀ ਉਸ ਨੂੰ ਦੇਣੀ ਹੁੰਦੀ ਹੈ, ਉਸਦੇ ਮਾਪਿਆਂ ਜਾਂ ਫਿਰ ਗੁਆਂਢੀਆਂ ਨੂੰ ਵੀ ਸੂਚਨਾ ਦੇਣੀ ਹੁੰਦੀ ਹੈ। ਪਰ ਦਿੱਲੀ ਪੁਲਿਸ ਨੇ ਅਜਿਹਾ ਕੁਝ ਨਹੀਂ ਕੀਤਾ। ਜਿਹੜੀ ਝਾੜ ਹੈ ਉਹ ਪਾਈ ਹੈ ਜਮਹੂਰੀ ਅਧਿਕਾਰ ਸਭਾ ਨੇ ਦਿੱਲੀ ਪੁਲਿਸ ਨੂੰ ਵੀ, ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਵੀ। 14 ਅਪ੍ਰੈਲ ਨੂੰ ਸੰਵਿਧਾਨ ਦੇ ਨਿਰਮਾਤਾ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਦੀ 130ਵੀਂ ਜਯੰਤੀ ਦੇ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 2022 ਦੀਆਂ ਚੋਣਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਾਡੀ ਪਾਰਟੀ 2022 ਦੇ ਵਿੱਚ ਸੱਤਾ ਵਿੱਚ ਆਉਂਦੀ ਹੈ ਤਾਂ ਅਸੀਂ ਦਲਿਤ ਲੀਡਰ ਨੂੰ ਪੰਜਾਬ ਦਾ ਉਪ ਮੁੱਖ ਮੰਤਰੀ ਬਣਾਵਾਂਗੇ। ਹਾਲਾਂਕਿ ਉਪ ਮੁੱਖ ਮੰਤਰੀ ਦੇ ਕੋਲ ਕਿੰਨੀਆਂ ਕੁ ਤਾਕਤਾਂ ਹੁੰਦੀਆਂ ਨੇ, ਕਿੰਨੀਆਂ ਕੁ ਉਹਦੀਆਂ ਪਾਵਰਸ ਹੁੰਦੀਆਂ ਨੇ, ਮੁੱਖ ਮੰਤਰੀ ਦੇ ਸਾਹਮਣੇ ਜਾਂ ਫਿਰ ਬਾਕੀ ਕੈਬਨਿਟ ਦੇ ਸਾਹਮਣੇ ਇਸ ਹਕੀਕਤ ਦੇ ਵਿੱਚ ਸਾਨੂੰ ਸਭ ਨੂੰ ਪਤਾ ਹੈ, ਸਿਰਫ ਇੱਕ ਨਾਮ ਹੁੰਦਾ। ਪਰ ਫਿਰ ਵੀ ਉਹਨਾਂ ਨੇ ਐਲਾਨ ਕੀਤਾ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਾਡੀ ਸਰਕਾਰ ਜੇ ਆਉਂਦੀ ਹੈ ਤਾਂ ਦਲਿਤ ਲੀਡਰ ਨੂੰ ਉਪ ਮੁੱਖ ਮੰਤਰੀ ਬਣਾਵਾਂਗੇ। ਜਲੰਧਰ ਦੇ ਵਿੱਚ ਸੁਖਬੀਰ ਬਾਦਲ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚੇ ਸੀ। ਇਸ ਮੌਕੇ ਉਹਨਾਂ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ ਕਿ ਜਦੋਂ ਸਾਡੀ ਸਰਕਾਰ ਆ ਜਾਏਗੀ, ਸਾਡੀ ਪਾਰਟੀ ਸੱਤਾ ਵਿੱਚ ਆ ਜਾਏਗੀ ਤਾਂ ਅਸੀਂ ਦੁਆਬਾ ਇਲਾਕੇ ਦੇ ਵਿੱਚ ਡਾਕਟਰ ਭੀਮਰਾਓ ਅੰਬੇਦਕਰ ਦੇ ਨਾਮ ਤੇ ਇੱਕ ਵੱਡੀ ਯੂਨੀਵਰਸਿਟੀ ਬਣਾਵਾਂਗੇ। ਤੇ ਨਕੋਦਰ ਚੌਂਕ ਦੇ ਵਿੱਚ ਜਦੋਂ ਸੁਖਬੀਰ ਬਾਦਲ ਆਪਣੇ ਪਾਰਟੀ ਦੇ ਲੀਡਰਾਂ ਦੇ ਸਮੇਤ ਡਾਕਟਰ ਅੰਬੇਦਕਰ ਨੂੰ ਸ਼ਰਧਾਂਜਲੀ ਦੇ ਰਹੇ ਸੀ ਤਾਂ ਬਸਪਾ ਆਗੂਆਂ ਨੇ ਸੁਖਬੀਰ ਬਾਦਲ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ। ਬਸਪਾ ਲੀਡਰਾਂ ਨੇ ਕਿਹਾ ਕਿ ਜਿਹੜੇ ਖੇਤੀ ਦੇ ਕਾਲੇ ਕਾਨੂੰਨ ਕੇਂਦਰ ਦੀ ਬੀਜੇਪੀ ਸਰਕਾਰ ਨੇ ਪਾਸ ਕੀਤੇ ਨੇ ਉਹਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਹਿਮਤੀ ਰਹੀ ਹੈ, ਇਸ ਕਰਕੇ ਇਹਨਾਂ ਨੂੰ ਬਾਬਾ ਸਾਹਿਬ ਦੇ ਬੁੱਤ ਤੇ ਸ਼ਰਧਾਂਜਲੀ ਭੇਂਟ ਕਰਨ ਦਾ ਕੋਈ ਹੱਕ ਨਹੀਂ ਹੈ। ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਸੂਬੇ ਦੀ ਸਿਆਸਤ ਜ਼ਰੂਰ ਭਖ ਗਈ ਹੈ, ਕਿਉਂਕਿ ਪੰਜਾਬ ਦੇ ਵਿੱਚ 35% ਜਿਹੜਾ ਵੋਟ ਬੈਂਕ ਹੈ ਉਹ ਦਲਿਤ ਭਾਈਚਾਰੇ ਦਾ ਹੈ। ਜ਼ਾਹਿਰ ਤੌਰ ਤੇ ਦੂਸਰੀਆਂ ਪਾਰਟੀਆਂ ਨੇ ਜਿਹੜੀਆਂ ਅਕਾਲੀ ਦਲ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਤਕਲੀਫ ਜ਼ਰੂਰ ਹੋਵੇਗੀ ਇੰਨੇ ਵੱਡੇ ਬਿਆਨ ਤੋਂ। ਸਭ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਸੁਖਬੀਰ ਬਾਦਲ ਸਿਰਫ ਵੋਟਾਂ ਦੇ ਲਈ ਅਜਿਹੇ ਵੱਡੇ ਬਿਆਨਾਂ ਦਾ ਐਲਾਨ ਕਰ ਰਹੇ ਨੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਸੀਂ ਕਦੇ ਦਲਿਤ ਭਾਈਚਾਰੇ ਦੇ ਲਈ ਕੁਝ ਕੀਤਾ ਹੈ? ਵੱਡਾ ਬਿਆਨ ਸਿਰਫ ਤੁਸੀਂ ਵੋਟਾਂ ਲਈ ਦੇ ਰਹੇ ਹੋ, ਕੀਤਾ ਇਹਨਾਂ ਨੇ ਕਦੇ ਵੀ ਕੁਝ ਨਹੀਂ ਹੈ। ਸਰਕਾਰ ਤਾਂ ਇਹਨਾਂ ਦੀ ਪਹਿਲਾਂ ਵੀ ਆਈ ਸੀ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਹੈਗੇ ਨੇ ਹਰਪਾਲ ਸਿੰਘ ਚੀਮਾ, ਉਹਨਾਂ ਨੇ ਵੀ ਕਿਹਾ ਕਿ ਜਦੋਂ ਅਕਾਲੀਆਂ ਦੀ ਸਰਕਾਰ ਸੀ ਪੰਜਾਬ 'ਚ ਉਦੋਂ ਤਾਂ ਇਹਨਾਂ ਨੇ ਹਰੀਜਨ ਭਾਈਚਾਰੇ ਦੇ ਲਈ ਕੁਝ ਨਹੀਂ ਕੀਤਾ, ਦਲਿਤਾਂ ਦੇ ਲਈ ਕੁਝ ਨਹੀਂ ਕੀਤਾ ਤੇ ਹੁਣ ਇਹ ਵੋਟਾਂ ਲੈਣ ਦੀ ਖਾਤਰ ਅਜਿਹੇ ਬਿਆਨ ਦੇ ਰਹੇ ਨੇ। ਜੇ ਆਪਾਂ ਬਸਪਾ ਦੀ ਗੱਲ ਕਰ ਲਈਏ, ਬਸਪਾ ਤੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਉਹਨਾਂ ਨੇ ਕਿਹਾ ਹੈ ਕਿ ਦੇਰ ਆਏ ਦਰੁਸਤ ਆਏ, ਕਿ ਪਾਰਟੀ ਨੇ ਜੇ ਇੰਨਾ ਵੱਡਾ ਐਲਾਨ ਕੀਤਾ ਤਾਂ ਬਹੁਤ ਚੰਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਹੁਣ ਮੂੰਹ ਦੀ ਖਾਣੀ ਪਏਗੀ ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਬਿਆਨ ਦਾ ਸਵਾਗਤ ਕਰਦੇ ਹਾਂ ਤੇ ਪਾਰਟੀ ਦਾ ਪੂਰਾ ਸਾਥ ਦੇਵਾਂਗੇ ਕਿ ਸਾਨੂੰ ਇੰਨੇ ਸਮੇਂ ਬਾਅਦ, ਕਿਉਂਕਿ ਅਸੀਂ ਬਹੁਤ ਮਿਹਨਤ ਕਰਦੇ ਹਾਂ, ਬਿਨਾਂ ਕਿਸੇ ਜਿਹੜਾ ਫੰਡਾਂ ਤੋਂ ਬਿਨਾਂ ਸਾਡੀ ਇੱਕ ਗਰੀਬ ਪਾਰਟੀ ਹੈ, ਅਸੀਂ ਫਿਰ ਵੀ ਪੰਜਾਬ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਵੋਟਾਂ ਲੈ ਕੇ ਜਾਂਦੇ ਹਾਂ ਤੇ ਜੇ ਇੱਕ ਪਾਰਟੀ ਸਾਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇਵੇਗੀ ਤਾਂ ਅਸੀਂ ਉਸ ਪਾਰਟੀ ਦੇ ਨਾਲ ਖੜਾਂਗੇ। ਤੇ ਜੇ ਗੱਲ ਕਰ ਲਈਏ ਬੀਜੇਪੀ ਦੀ, ਬੀਜੇਪੀ ਜਿਹੜੀ ਕਿ ਅਕਾਲੀ ਦਲ ਦੀ ਭਾਈਵਾਲ ਪਾਰਟੀ ਹੁੰਦੀ ਸੀ, ਉਹਨਾਂ ਨੇ ਸੁਖਬੀਰ ਬਾਦਲ ਦੇ ਐਲਾਨ ਦੇ ਉਲਟ ਪੰਜਾਬ ਨੂੰ ਮੁੱਖ ਮੰਤਰੀ ਦਾ ਚਿਹਰਾ ਹੀ ਦੇਣ ਦਾ ਐਲਾਨ ਕਰ ਦਿੱਤਾ ਹੈ। ਕਿਹਾ ਕਿ ਬੀਜੇਪੀ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਤਾਂ ਅਸੀਂ ਮੁੱਖ ਮੰਤਰੀ ਦਲਿਤ ਭਾਈਚਾਰੇ ਦੇ ਲੀਡਰ ਨੂੰ ਬਣਾਵਾਂਗੇ, ਸਾਡੇ ਮੁੱਖ ਮੰਤਰੀ ਦਾ ਚਿਹਰਾ ਦਲਿਤ ਭਾਈਚਾਰੇ ਦੇ ਵਿੱਚੋਂ ਹੀ ਹੋਵੇਗਾ। ਸੋ ਦੇਖਿਆ ਜਾ ਸਕਦਾ ਹੈ ਕਿ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ 2022 ਦੇ ਵਿੱਚ ਦਲਿਤਾਂ ਦੀਆਂ ਵੋਟਾਂ ਲੈਣ ਦੇ ਲਈ, ਹਰੀਜਨ ਭਾਈਚਾਰੇ ਦੀਆਂ, ਅਨੁਸੂਚਿਤ ਜਾਤੀਆਂ ਦੀਆਂ ਵੋਟਾਂ ਲੈਣ ਦੇ ਲਈ ਕਿਸ ਪੱਧਰ ਤੇ ਤਰਲੋ ਮੱਛੀ ਹੋ ਰਹੀਆਂ ਨੇ। ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਤੇ ਵੀ ਗੰਭੀਰ ਇਲਜ਼ਾਮ ਲਾਏ ਨੇ। ਮੰਗਲਵਾਰ ਦੇਰ ਸ਼ਾਮ ਵੀਡੀਓ ਜਾਰੀ ਕੀਤਾ ਹੈ ਹਰਸਿਮਰਤ ਬਾਦਲ ਨੇ ਤੇ ਕੈਪਟਨ ਸਰਕਾਰ ਤੇ ਖੂਬ ਭੜਾਸ ਕੱਢੀ ਹੈ। ਹਰਸਿਮਰਤ ਨੇ ਕਿਹਾ ਕਿ ਕੈਪਟਨ ਸਰਕਾਰ ਫਾਰਮ ਹਾਊਸ ਤੋਂ ਚੱਲ ਰਹੀ ਹੈ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ ਤੋਂ ਆਈਸੋਲੇਸ਼ਨ ਵਿੱਚ ਨੇ, ਯਾਨੀ ਕਿ ਇਕਾਂਤਵਾਸ ਨੇ। ਉਹਨਾਂ ਕਿਹਾ ਕਿ ਕੋਵਿਡ-19 ਦੌਰਾਨ ਵੀ ਸਰਕਾਰ ਬੁਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਸਿਰਫ ਆਰਡਰ ਕੀਤੇ ਜਾਂਦੇ ਨੇ ਪਰ ਜ਼ਮੀਨੀ ਪੱਧਰ ਤੇ ਹਾਲਤ ਬਹੁਤ ਮਾੜੀ ਹੈ। ਕਰੋਨਾ ਪੰਜਾਬ ਦੇ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਿਹਾ ਪਰ ਸਰਕਾਰ ਕੇਵਲ ਕਾਗਜ਼ੀ ਹੁਕਮਾਂ ਤੱਕ ਹੀ ਸੀਮਿਤ ਰਹਿ ਗਈ ਹੈ। ਉਧਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਪਾਰਟੀ ਦੀਆਂ ਜਿਹੜੀਆਂ ਟਿਕਟਾਂ ਹੈਗੀਆਂ ਨੇ, ਟਿਕਟਾਂ ਤੇ ਉਮੀਦਵਾਰਾਂ ਦੀ ਚੋਣ ਉਹ ਪ੍ਰਸ਼ਾਂਤ ਕਿਸ਼ੋਰ ਕਰੇਗਾ, ਤਾਂ
ਕੈਪਟਨ ਅਮਰਿੰਦਰ ਸਿੰਘ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪ੍ਰਸ਼ਾਂਤ ਕਿਸ਼ੋਰ ਦੀ ਪੰਜਾਬ ਕਾਂਗਰਸ ਦੀਆਂ ਟਿਕਟਾਂ ਦੀ ਵੰਡ ਦੇ ਵਿੱਚ ਭੂਮਿਕਾ ਨੂੰ ਮੁੱਢੋਂ ਰੱਦ ਕਰ ਦਿੱਤਾ ਹੈ। ਕੈਪਟਨ ਨੇ ਕਿਹਾ ਸਵਾਲ ਹੀ ਪੈਦਾ ਨਹੀਂ ਹੁੰਦਾ, ਇਸ ਮਸਲੇ ਵਿੱਚ ਪ੍ਰਸ਼ਾਂਤ ਕਿਸ਼ੋਰ ਦਾ ਕੋਈ ਲੈਣਾ ਦੇਣਾ ਨਹੀਂ ਹੈ। दरअसल पिछले दिनी कैप्टन अमरिंदर सिंह ने ऐलान किया सी कि प्रशांत किशोर पंजाब दे विच मुख मंत्री कैप्टन अमरिंदर सिंह दे रणनीतिकार होणगे। उस तो बाद जिहड़ी कांग्रेस पार्टी है पंजाब दे विच ओह ही अंदर खाते कैप्टन दे इस फैसले का विरोध कर रही सी। सब नूं लग रहा है कि प्रशांत किशोर दे कहण ते ही हुण कैप्टन अमरिंदर सिंह सारे फैसले लैणगे, पर कैप्टन ने उन्हां मीडिया रिपोर्टां दे दाअविआं नूं भी खारिज कीता है जिस विच कहा गया है कि प्रशांत किशोर दी टिकटां दी वंड विच भूमिका अहम रहेगी। पंजाब दे कैबिनेट मंत्री भारत भूषण आशू कहंदे ने कि पंजाब दे विच बारदाने दी कमी नहीं है, ये सिर्फ मीडिया दी पैदा कीती कहानी है। कहंदे प्रैस दा काम हुण जबरदस्ती कोई गल किसी दे मूंह दे विच पाउणा हो गया ते दावा कीता है आशू ने कि भावें कि पश्चिमी बंगाल चोणां दे कारण जूट की कमी है सूबे दे विच, पर फिर भी बारदाने दियां 2 लाख तो वध गट्ठां दा स्टॉक पंजाब दे कोल पिया है अते कोविड संकट कारण मंडियां दे विच कणक किसान पर्ची सिस्टम तहत लई जा रही है, इस करके बारदाने दी तोट दा एहसास हुंदा होवेगा। सो मंत्री जी भावें कह रहे ने कि पंजाब दे विच बारदाने दियां 2 लाख तो वध गट्ठां मौजूद ने, पर मुख मंत्री कैप्टन अमरिंदर सिंह दे शहर पटियाला दे विच किसानां ने बारदाने दी घाट तो बाद रोस प्रदर्शन कीता। पटियाला हाईवे ते सड़की आवाजाही ठप कर दित्ती। रोस धरना दे रहे भारतीय किसान यूनियन सिद्धूपुर दे लीडरां ने दस्सिया कि भावें पंजाब सरकार ने 10 अप्रैल तो सरकारी कणक की खरीद शुरू कर दी है, पर किसी भी खरीद एजेंसियां दे कोल बारदाने की घाट कारण सैकड़े किसान फसल वेचण दे लई मंडियां दे विच खज्जल खुआर हो रहे ने ते पंजाब सरकार दे प्रबंध ने जिहड़े नाकाम साबित हो रहे ने। ते ये खबर है मुख मंत्री दे खुद दे शहर पटियाला शहर दी। ते पंजाब दे बाकी हिस्सिਆਂ ਦੇ ਵਿੱਚ ਕੀ ਹਾਲ ਹੋਏਗਾ ਇਸ ਬਾਰੇ ਵੀ ਜਾਣਕਾਰੀ ਲੈਣੀ ਬੜੀ ਜ਼ਰੂਰੀ ਹੈ। ਪੰਜਾਬ ਦੇ ਨਾਲ-ਨਾਲ ਪੂਰੇ ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਦਾ, ਵੱਧ ਰਹੀਆਂ ਮੌਤਾਂ ਦਾ ਪੂਰਾ ਰੌਲਾ ਪਿਆ ਹੋਇਆ। ਨਿਤ ਨਵੇਂ ਐਲਾਨ ਸਰਕਾਰਾਂ ਕਰ ਰਹੀਆਂ ਨੇ। ਇਸੇ ਦਰਮਿਆਨ ਪੰਜਾਬ ਦੀ ਕੈਪਟਨ ਸਰਕਾਰ ਦੇ ਇੱਕ ਕੈਬਨਿਟ ਮੰਤਰੀ ਨੇ ਹੱਥ ਖੜੇ ਕਰ ਦਿੱਤੇ ਨੇ ਲੋਕਾਂ ਤੋਂ ਦੁਖੀ ਹੋ ਕੇ। ਕਹਿੰਦੇ ਕੀ ਕਰੀਏ, ਲੋਕ ਸਮਝਦੇ ਹੀ ਨਹੀਂ। कैबिनेट मंत्री ओपी सोनी ने मन्निया कि पिछले कई दिनों तो कोरोना के केस वध रहे ने। अमृतसर दे विच भी कोरोना के पॉजिटिव केस लगातार आ रहे ने, पर असी लोकां नूं कंट्रोल करन दे विच फेल साबित हो रहे हैं। कहंदे की करिए, लोग समझदे नहीं, जबकि लोकां नूं समझना चाहिए कि कोरोना तो बचाव लई सरकार वल्लों जारी कीतियां हदायतां ते बचाव नियमां दी पालना करनी चाहिए है। भीड़ भाड़ वाले खेतरां ते खास करके वल्ला मंडी अमृतसर दी ओहदे विच लोकां वल्लों मास्क ना पहने जाण ते सरकार दी सख्ती बारे जदों पत्रकारां ने सवाल पुछया तां सोनी ने कहा कि सरकार अपने वल्लों कोविड दे प्रोटोकॉल दी पालना करन दी लगातार अपील कर रही है। हुण लोकां ते डिपेंड करदा है कि लोक किन्ना कुछ इन्हां नूं मंनदे ने। सरकार दे वजीर मास्क क्यों नहीं पाउंदे, ये सवाल जो पूछा गया तो इस सवाल नूं ओपी सोनी ने टालदियां कहा कि पंजाब दे मुख मंत्री ते सरकार संजीदा ढंग दे नाल कोरोना नाल नजिठण ते लगी है। सो पंजाब दे जिन्ने भी वासी ने, जिन्ने भी सुन रहे ने, वो सारे जानते हैं कि मास्क पहनण दी जिहड़ी सावधानी है ओहदी किन्नी क वरतों हो रही है। पंजाब दे विच विआहां जां फिर अंतिम संस्कार जां फिर भोग समागमां ते लोक की सीमित गिणती दे विच इकट्ठे हो रहे ने जां फिर उलंघना हो रही है। सारे पंजाबी जानते हैं कि किन्नी कु पालना इन्हां नियमां दी हो रही है। सो कैबिनेट मंत्री ओपी सोनी दी इस बेबसी तो बाद कैप्टन अमरिंदर सिंह ने पंजाब के सारे लोगों को कोरोना का टीका लवाउण दी अपील भी की है ते नाल एक ऐलान भी किया है। उन्होंने कहा कि जिहड़े लोग टीका लवाउण लई हस्पतालों दे विच जाण तो डर रहे ने, असीं उन्हां दे लई एक फूड पैकेज बना रहे हैं। कहंदे जिहड़ा भी गरीब व्यक्ति जिसनूं कोविड होया होवे, अपने घर दे विच एकांतवास होया होवे, उन्हां नूं असीं फूड पैकेज देवांगे तां जो अपने घर विच बच्चों की रोटी का प्रबंध कर सके। ये पैकेज फिलहाल बनाए जा रहे हैं, तैयार किए जा रहे हैं ते कोरोना पॉजिटिव दिहाड़ीदारां दे घरां विच फूड पैकेज भेजे जाणगे। हुशियारपुर तो एक खौफनाक घटना सामने आई है, जिथे पिंड बस्सी काले खां दे विच एक पोते ने अपनी 83 साला दादी नूं कतल करके अग ला के साड़ दिता है। जिला पुलिस ने 10 घंटिया के अंदर ही इस
ਗੁੱਥੀ ਨੂੰ ਸੁਲਝਾ ਲਿਆ। ਨੌਜਵਾਨ ਯੁਵਰਾਜ ਸਿੰਘ ਦੀ ਉਮਰ ਕਰੀਬ 17 ਸਾਲ ਹੈ ਤੇ ਇਸ ਵਾਰਦਾਤ ਨੂੰ ਟੀਵੀ ਸੀਰੀਅਲ ਦੇਖ ਕੇ ਉਸਨੇ ਅੰਜਾਮ ਦੇ ਦਿੱਤਾ। ਐਸਐਸਪੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੱਤੀ ਕਿ ਹਰਜੀਤ ਸਿੰਘ ਵਾਸੀ ਪਿੰਡ ਬੱਸੀ ਕਾਲੇ ਖਾਂ ਨੇ ਬਿਆਨ ਦਿੱਤਾ ਹੈ ਕਿ ਉਸਦੀ ਮਾਤਾ ਜੋਗਿੰਦਰ ਕੌਰ ਕਰੀਬ 3.5 ਮਹੀਨਿਆਂ ਤੋਂ ਸੱਜੀ ਲੱਤ ਦੀ ਹੱਡੀ ਟੁੱਟਣ ਕਾਰਨ ਬੈੱਡ ਤੇ ਸੀ। ਹਰਜੀਤ ਨੇ ਦੱਸਿਆ ਕਿ 12 ਅਪ੍ਰੈਲ ਨੂੰ ਉਸਦੇ ਵਿਆਹ ਦੀ ਵਰ੍ਹੇਗੰਢ ਹੋਣ ਕਰਕੇ ਉਹ ਆਪਣੀ ਪਤਨੀ ਜਸਪਾਲ ਕੌਰ ਨਾਲ ਦੁਪਹਿਰ ਦੇ ਕਰੀਬ 2 ਵਜੇ ਸਕੂਟਰ ਤੇ ਖਰੀਦਦਾਰੀ ਕਰਨ ਲਈ ਹਰਿਆਣੇ ਚਲਾ ਗਿਆ। ਜਦੋਂ ਪਿੰਡ ਵਾਪਸ ਆ ਰਿਹਾ ਸੀ ਤਾਂ ਰਾਹ ਵਿੱਚ ਉਸਦੇ ਪੁੱਤਰ ਯੁਵਰਾਜ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਜਲਦੀ ਘਰ ਵਿੱਚ ਆ ਜਾਓ, ਕੁਝ ਬੰਦਿਆਂ ਨੇ ਹਮਲਾ ਕਰ ਦਿੱਤਾ ਹੈ। ਜਦੋਂ ਦੋਵੇਂ ਪਤੀ ਪਤਨੀ ਘਰ ਪਹੁੰਚੇ ਤਾਂ ਗੁਆਂਢੀ ਨੂੰ ਨਾਲ ਲੈ ਕੇ ਮੇਨ ਗੇਟ ਤੱਕ ਪਹੁੰਚੇ ਤਾਂ ਬੰਦ ਪਿਆ ਸੀ ਤੇ ਉਹਨਾਂ ਦੇ ਘਰ ਦੇ ਛੋਟੇ ਗੇਟ ਰਾਹੀਂ ਜਦੋਂ ਘਰ 'ਚ ਦਾਖਲ ਹੋਏ ਤਾਂ ਮਾਂ ਦੀ ਕਮਰੇ ਦੇ ਵਿੱਚ ਬੈੱਡ ਤੇ ਲਾਸ਼ ਪਈ ਸੀ ਤੇ ਅੱਧੀ ਸੜੀ ਹੋਈ ਲਾਸ਼ ਸੀ। ਦੂਸਰੇ ਕਮਰੇ ਵਿੱਚ ਯੁਵਰਾਜ ਸਿੰਘ ਬੈੱਡ ਬਾਕਸ ਦੇ ਵਿੱਚ ਲੰਮਾ ਪਿਆ ਸੀ। ਬੈੱਡ ਬਾਕਸ ਦੇ ਸਾਰੇ ਕੱਪੜੇ ਖਿਲਰੇ ਪਏ ਸੀ ਤੇ ਹੱਥ ਪੈਰ ਚੁੰਨੀ ਦੇ ਨਾਲ ਬੰਨੇ ਹੋਏ ਸੀ। ਪਰ ਜਦੋਂ ਪੁਲਿਸ ਨੇ ਡੂੰਘਾਈ ਦੇ ਨਾਲ ਤਫਤੀਸ਼ ਕੀਤੀ ਤਾਂ ਪਤਾ ਲੱਗਿਆ ਕਿ ਪੋਤੇ ਨੇ ਹੀ ਦਾਦੀ ਦਾ ਕਤਲ ਕੀਤਾ ਹੈ। ਤੇ ਜਦੋਂ ਪੁਲਿਸ ਨੇ ਸਖਤੀ ਦੇ ਨਾਲ ਪੁੱਛ ਪੜਤਾਲ ਕੀਤੀ ਯੁਵਰਾਜ ਤੋਂ ਤਾਂ ਉਸਨੇ ਦੱਸਿਆ ਕਿ ਉਹ ਆਪਣੀ ਦਾਦੀ ਤੋਂ ਬਹੁਤ ਦੁਖੀ ਸੀ, ਉਹਦੇ ਕਤਲ ਬਾਰੇ ਸੋਚਦਾ ਰਹਿੰਦਾ ਸੀ। 12 ਅਪ੍ਰੈਲ ਨੂੰ ਦਾਦੀ ਦੇ ਸਿਰ ਵਿੱਚ ਲੋਹੇ ਦੀ ਰਾੜ ਨਾਲ ਸੱਟਾਂ ਮਾਰ ਕੇ ਕਤਲ ਕਰਨ ਤੋਂ ਬਾਅਦ ਤੇਲ ਪਾ ਕੇ ਅੱਗ ਲਾ ਦਿੱਤੀ ਤੇ ਝੂਠੀ ਕਹਾਣੀ ਘੜ ਲਈ। ਇਸ ਕਰਕੇ ਕਤਲ ਕਰਨ ਦੀ ਸਾਜ਼ਿਸ਼ ਰਚਦਾ ਰਹਿੰਦਾ ਸੀ ਕਿਉਂਕਿ ਦਾਦੀ ਉਸ ਨੂੰ ਪੜ੍ਹਾਈ ਕਰਨ ਦੇ ਲਈ ਕਹਿੰਦੀ ਸੀ, ਬਾਰ-ਬਾਰ ਕਹਿੰਦੀ ਸੀ ਕਿ ਫੋਨ ਨਾ ਜ਼ਿਆਦਾ ਵਰਤਿਆ ਕਰ, ਗੇਮਾਂ ਨਾ ਖੇਡਿਆ ਕਰ। ਇਸ ਕਰਕੇ ਉਹ ਦੁਖੀ ਰਹਿੰਦਾ ਸੀ। ਕਾਂਗਰਸ ਸਰਕਾਰ ਦੇ ਵਿੱਚ ਮੰਤਰੀ ਰਹੇ ਸਾਬਕਾ ਵਿਧਾਇਕ ਅਤੇ ਮੰਤਰੀ ਹੰਸ ਰਾਜ ਜੋਸਨ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਵਿਧਾਨ ਸਭਾ ਹਲਕਾ ਜਲਾਲਾਬਾਦ ਤੋਂ 2 ਵਾਰੀ ਵਿਧਾਇਕ ਰਹਿ ਚੁੱਕੇ ਨੇ ਤੇ 14 ਅਪ੍ਰੈਲ 2021 ਨੂੰ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੇ ਵਿੱਚ ਉਹਨਾਂ ਨੂੰ ਖੁਦ ਸ਼ਾਮਿਲ ਕੀਤਾ ਹੈ। ਚੰਡੀਗੜ੍ਹ ਦੇ ਵਿੱਚ ਨੌਕਰੀ ਲੈਣ ਵਾਲਿਆਂ ਦੇ ਲਈ ਇੱਕ ਵੱਡਾ ਮੌਕਾ ਹੈ। ਚੰਡੀਗੜ੍ਹ ਨਗਰ ਨਿਗਮ ਨੇ ਵੱਖ-ਵੱਖ ਅਹੁਦਿਆਂ ਦੇ ਲਈ 172 ਅਸਾਮੀਆਂ ਕੱਢੀਆਂ ਨੇ। ਨਗਰ ਨਿਗਮ ਨੇ ਕਲਰਕ, ਸਟੇਸ਼ਨ ਫਾਇਰ ਅਫਸਰ, ਫਾਇਰਮੈਨ, ਸਬ ਇੰਸਪੈਕਟਰ, ਪਟਵਾਰੀ, ਜੇਈ, ਡਰਾਈਵਰ, ਐਸਡੀਈ, ਅਕਾਊਂਟੈਂਟ, ਡੇਟਾ ਐਂਟਰੀ ਆਪਰੇਟਰ, ਸਟੈਨੋਟਾਈਪਿਸਟ, ਬਾਗਬਾਨੀ ਸੁਪਰਵਾਈਜ਼ਰ, ਜੂਨੀਅਰ ਡਰਾਫਟਸਮੈਨ, ਕੰਪਿਊਟਰ ਪ੍ਰੋਗਰਾਮਰ ਤੇ ਲਾ ਅਫਸਰ ਦੀਆਂ ਕਈ ਪੋਸਟਾਂ ਨੇ ਜਿਹੜੀਆਂ ਉਹ ਕੱਢੀਆਂ ਨੇ ਤੇ ਜਿਹੜੇ ਵੀ ਉਮੀਦਵਾਰ ਅਪਲਾਈ ਕਰਨਾ ਚਾਹੁੰਦੇ ਨੇ ਉਹ ਨਗਰ ਨਿਗਮ ਦੀ ਚੰਡੀਗੜ੍ਹ ਦੀ ਜਿਹੜੀ ਅਧਿਕਾਰਿਤ ਵੈਬਸਾਈਟ ਹੈ mcchandigarh.gov.in ਉੱਥੇ ਜਾ ਕੇ ਅਪਲਾਈ ਕਰ ਸਕਦੇ ਨੇ ਕਿਉਂਕਿ ਹਰ ਪੋਸਟ ਦੇ ਲਈ ਜਿਹੜੀ ਯੋਗਤਾ ਹੈਗੀ ਉਹ ਵੱਖੋ ਵੱਖਰੀ ਹੈ। ਸਾਰੀਆਂ ਕੰਡੀਸ਼ਨਸ ਵੀ ਤੁਸੀਂ ਪੜ੍ਹ ਸਕਦੇ ਹੋ, ਅਪਲਾਈ ਵੀ ਕਰ ਸਕਦੇ ਹੋ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਦੇ ਵਿੱਚ ਅਧਿਆਪਕਾਂ ਦੀਆਂ ਬਦਲੀਆਂ ਦੇ ਸੰਬੰਧੀ ਆਨਲਾਈਨ ਇਤਰਾਜ਼ ਭਰਨ ਦੀ ਆਖਰੀ ਮਿਤੀ ਜਾਰੀ ਕਰ ਦਿੱਤੀ ਹੈ। 14 ਅਪ੍ਰੈਲ ਤੱਕ ਹੀ ਅਧਿਆਪਕ ਆਪਣੇ ਆਨਲਾਈਨ ਇਤਰਾਜ਼ ਦੇ ਸਕਦੇ ਨੇ ਤੇ ਅਧਿਆਪਕ ਇਸ ਦੇ ਲਈ ਪੰਜਾਬ ਸਕੂਲ ਪੋਰਟਲ ਤੇ ਸਟਾਫ ਲੌਗਇਨ ਅਧੀਨ ਦਿੱਤੇ ਲਿੰਕ ਆਬਜੈਕਸ਼ਨ ਰਿਗਾਰਡਿੰਗ ਟ੍ਰਾਂਸਫਰ ਤੇ ਕਲਿੱਕ ਕਰਕੇ ਆਪਣਾ ਆਬਜੈਕਸ਼ਨ ਦਰਜ ਕਰਵਾ ਸਕਦੇ ਨੇ। ਬੁਲੇਟਿਨ ਦੇ ਵਿੱਚ ਕੁਝ ਖਾਸ ਖਬਰਾਂ ਪੂਰੇ ਭਾਰਤ ਦੀਆਂ। ਬੜੀ ਚਰਚਾ ਹੋ ਰਹੀ ਹੈ ਕਿ ਲੋਕਡਾਊਨ ਲੱਗ ਸਕਦਾ ਹੈ। ਪੂਰੇ ਭਾਰਤ ਦੇ ਵਿੱਚ ਮੁੜ ਤੋਂ ਸਰਕਾਰ ਲੋਕਡਾਊਨ ਵਰਗਾ ਫੈਸਲਾ ਲੈ ਸਕਦੀ ਹੈ ਕਿਉਂਕਿ ਨਾਈਟ ਕਰਫਿਊ ਦੀ ਸ਼ੁਰੂਆਤ ਹੋ ਚੁੱਕੀ ਹੈ। ਪੇਪਰ ਰੱਦ ਕੀਤੇ ਜਾ ਰਹੇ ਨੇ। ਬਹੁਤ ਸਾਰੀਆਂ ਪਾਬੰਦੀਆਂ ਮੁੜ ਤੋਂ ਲਾਗੂ ਕੀਤੀਆਂ ਜਾ ਰਹੀਆਂ ਨੇ। ਮਜ਼ਦੂਰ ਵੀ ਡਰ ਰਹੇ ਨੇ। ਪ੍ਰਵਾਸੀ ਮਜ਼ਦੂਰ ਕਈ ਸੂਬਿਆਂ ਦੇ ਵਿੱਚੋਂ ਵਾਪਸ ਆਪਣੇ ਪਿੱਤਰੀ ਸੂਬਿਆਂ ਵੱਲ ਪਰਤਣੇ ਸ਼ੁਰੂ ਹੋ ਰਹੇ ਨੇ। ਇਸ ਦਰਮਿਆਨ ਦੇਸ਼ ਦੀ ਵਿੱਤ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਸਰਕਾਰ ਵੱਡੇ ਪੱਧਰ ਤੇ ਤਾਲਾਬੰਦੀ ਨਹੀਂ ਕਰਨ ਜਾ ਰਹੀ, ਯਾਨੀ ਕਿ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਲੋਕਡਾਊਨ ਨਹੀਂ ਲਾਇਆ ਜਾਵੇਗਾ। ਇਸ ਦੀ ਬਜਾਏ ਇਸ ਪ੍ਰਕਿਰਿਆ ਨੂੰ ਯਾਨੀ ਕਿ ਲੋਕਡਾਊਨ ਦੀ ਪ੍ਰਕਿਰਿਆ ਨੂੰ ਸਿਰਫ ਛੋਟੇ-ਛੋਟੇ ਇਲਾਕਿਆਂ ਤੱਕ ਹੀ ਸੀਮਿਤ ਰੱਖਿਆ ਜਾਵੇਗਾ। सीतारमन ने कहा कि दूसरी लहर कंट्रोल की जाएगी पर इसलिए तालाबंदी की जरूरत नहीं है। सरकार ईथनॉल मिश्रित प्रोग्राम के राही LED बल्बां की वंड, नैशनल बायोफ्यूल पॉलिसी, वान स्क्रैप नीति ते भी काम कर रही है। पश्चिमी बंगाल की मुख्यमंत्री ममता बनर्जी ने विधान सभा चोणां दे चौथे गेड़ दौरान CISF की गोलीबारी विच मारे गए लोकां दे परिवारां दे नाल अज मुलाकात की। ममता बनर्जी ने कहा कि साडी सरकार अपराधियों नूं सज़ा दिवाउण लई जांच शुरू करेगी। इस गल ते दुख भी प्रगटाया ममता ने कि कूच बिहार दे विच लीडरां दे दाखले ते लाई गई 72 घंटिਆਂ ਦੀ पाबंदी करके वो ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਹੀਂ ਮਿਲ ਸਕੀ। ਉਹਨਾਂ ਕਿਹਾ ਕਿ ਜਾਂਚ ਦੇ ਵਿੱਚ ਇਹਨਾਂ ਦਰਦਨਾਕ ਕਤਲਾਂ ਦੇ ਲਈ ਜ਼ਿੰਮੇਵਾਰ ਹਰ ਵਿਅਕਤੀ ਦਾ ਪਤਾ ਲਾਇਆ ਜਾਏਗਾ ਤੇ ਯਕੀਨੀ ਬਣਾਇਆ ਜਾਏਗਾ ਕਿ ਦੋਸ਼ੀਆਂ ਨੂੰ ਕਾਨੂੰਨ ਮੁਤਾਬਿਕ ਸਖਤ ਸਜ਼ਾ ਮਿਲੇ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਲਗਾਤਾਰ ਮਮਤਾ ਬੈਨਰਜੀ ਤੇ ਤਿੱਖੇ ਜਿਹੜੇ ਬਿਆਨ ਦਾਗ ਰਹੇ ਨੇ ਤੇ ਹੁਣ ਉਹਨਾਂ ਨੇ ਇੱਕ ਨਵਾਂ ਬਿਆਨ ਦਿੱਤਾ ਹੈ। ਕਹਿੰਦੇ ਪੱਛਮੀ ਬੰਗਾਲ ਦੇ ਵਿੱਚ ਜਦੋਂ BJP ਦੀ ਸਰਕਾਰ ਆ ਗਈ ਤਾਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਗੋਰਖਾ ਸਮੱਸਿਆ ਦਾ ਸਿਆਸੀ ਹੱਲ ਅਸੀਂ ਲੱਭ ਕੇ ਦੇਵਾਂਗੇ।
ਇੱਕ ਜਨਤਕ ਰੈਲੀ ਦੌਰਾਨ ਸ਼ਾਹ ਨੇ ਐਲਾਨ ਕੀਤਾ ਕਿ ਦੇਸ਼ ਦਾ ਸੰਵਿਧਾਨ ਬਹੁਤ ਵੱਡਾ ਹੈ ਤੇ ਇਸ ਦੇ ਵਿੱਚ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਮੱਦਾਂ ਹੈਗੀਆਂ ਨੇ। ਸ਼ਾਹ ਨੇ ਕਿਹਾ, ਮੈਂ ਵਾਅਦਾ ਕਰਦਾ ਕਿ ਭਾਜਪਾ ਦੀ ਡਬਲ ਇੰਜਨ ਦੀ ਸਰਕਾਰ ਗੋਰਖਾ ਸਮੱਸਿਆ ਦਾ ਸਥਾਈ ਸਿਆਸੀ ਹੱਲ ਕੱਢੇਗੀ ਤੇ ਤੁਹਾਨੂੰ ਪ੍ਰਦਰਸ਼ਨਾਂ ਦਾ ਸਹਾਰਾ ਨਹੀਂ ਲੈਣਾ ਪਵੇਗਾ। ਹਾਲਾਂਕਿ ਗ੍ਰਹਿ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਕਿਹੜੀ ਸਮੱਸਿਆ ਦਾ ਹੱਲ ਕੱਢਿਆ ਜਾਏਗਾ, ਕਿਉਂਕਿ ਗੋਰਖਾ ਭਾਈਚਾਰਾ ਲੰਬੇ ਸਮੇਂ ਤੋਂ ਵੱਖਰੇ ਸੂਬੇ ਦੀ ਮੰਗ ਕਰ ਰਿਹਾ ਹੈ ਤੇ ਬੀਜੇਪੀ ਦੀ ਸਰਕਾਰ ਤਾਂ ਵੱਖਰੇ ਸੂਬੇ ਨੂੰ ਤੋੜ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਦੇ ਵਿੱਚ ਯਕੀਨ ਰੱਖਦੀ ਹੈ। ਵੱਖਰਾ ਸੂਬਾ ਬਣਾ ਕੇ ਦੇਵੇਗੀ, ਇਹ ਤਾਂ ਕਿਸੇ ਵੀ ਹਾਲਤ ਵਿੱਚ ਸੋਚਿਆ ਨਹੀਂ ਜਾ ਸਕਦਾ। ਮਹਾਰਾਸ਼ਟਰ ਦੇ ਵਿੱਚ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਨੇ ਤਾਂ ਮਹਾਰਾਸ਼ਟਰ ਦੀ ਸਰਕਾਰ ਨੇ ਅੱਜ ਰਾਤ ਤੋਂ ਨਾਈਟ ਕਰਫਿਊ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ। ਪੂਰੇ ਸੂਬੇ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ ਮਹਾਰਾਸ਼ਟਰ ਸਰਕਾਰ ਦੇ ਵੱਲੋਂ। ਅੱਜ ਤੋਂ ਰਾਤ 8 ਵਜੇ ਤੋਂ 15 ਦਿਨਾਂ ਤੱਕ ਕਰਫਿਊ ਹੈ ਜਿਹੜਾ ਉਹ ਲਾਗੂ ਰਹੇਗਾ। ਪੂਰੇ 15 ਦਿਨ ਸੂਬੇ ਦੇ ਵਿੱਚ ਜਿਹੜੀਆਂ ਪਾਬੰਦੀਆਂ ਐਲਾਨੀਆਂ ਗਈਆਂ ਨੇ ਉਹ ਲਾਗੂ ਰਹਿਣਗੀਆਂ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।